ਹੈਲੋ ਐਵਰੀਵਨ, ਵੈਲਕਮ ਟੂ CBC ਅਕੈਡਮੀ ਔਰ ਮੈਂ ਹਾरून ਤਨੇਜਾ ਤੇ ਆਪਾਂ ਕੰਟੀਨਿਊ ਕਰਾਂਗੇ ਆਪਣਾ ਟੌਪ 500 ਹਿਸਟਰੀ ਦੇ ਕੁਐਸਚਨ। ਸੋ ਬਹੁਤ ਹੀ ਇੰਪੋਰਟੈਂਟ ਆਪਣੇ ਵਾਲੀ ਸੀਰੀਜ਼। ਜੇ ਪ੍ਰੀਵੀਅਸ ਲੈਕਚਰ ਕਿਸੇ ਨੇ ਨਹੀਂ ਵੇਖੇ ਜਾ ਕੇ ਜ਼ਰੂਰ ਵੇਖੋ, ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਰੈਲੇਵੈਂਟ ਹੈਗੇ ਆ। ਸੋ ਅਸੀਂ ਨੈਬ ਤਹਿਸੀਲਦਾਰ ਦੇ 20 ਮੋਕ ਟੈਸਟ ਲਾਂਚ ਕੀਤੇ CBC ਐਗਜ਼ਾਮ ਗੁਰੂ ਨੇ, ਅਤੇ ਤੁਸੀਂ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ ਅਤੇ ਸਾਡੀ CBC ਐਗਜ਼ਾਮ ਗੁਰੂ ਐਪ ਤੋਂ ਪਰਚੇਜ਼ ਕਰ ਸਕਦੇ ਹੋ। ਬਹੁਤ ਹੀ ਮਿਨੀਮਲ ਜੀ ਕੋਸਟ ਹੈਗੀ ਹੈ, ਅਰਾਊਂਡ 249 ਰੁਪੀਜ਼ ਦੇ ਵਿੱਚ ਅਸੀਂ 20 ਮੋਕ ਟੈਸਟ ਪ੍ਰੋਵਾਈਡ ਕਰੀ ਜਾਂਦੇ ਹਾਂ ਤੁਹਾਨੂੰ ਨੈਬ ਤਹਿਸੀਲਦਾਰ ਲਈ। ਸੋ ਸਾਰੇ ਜਾ ਕੇ ਜੁਆਇਨ ਕਰ ਲਓ। ਸਾਡੀ ਜਿਹੜੀ CBC ਐਗਜ਼ਾਮ ਗੁਰੂ ਹੈ ਐਪ ਹੈਗੀ, ਤੁਹਾਨੂੰ ਪਲੇ ਸਟੋਰ 'ਤੇ ਮਿਲ ਜੂਗੀ। ਹੋਰ ਵੀ ਤੁਸੀਂ ਬਹੁਤ ਸਾਰੇ ਡਿਵਰਸ ਬੈਨੀਫਿਟ ਤੁਸੀਂ ਉਠਾ ਸਕਦੇ ਹੋ, ਜਿਵੇਂ ਕਿ ਤੁਹਾਨੂੰ ਨੈਬ ਤਹਿਸੀਲਦਾਰ ਦਾ ਪ੍ਰੋਪਰ ਇੱਕ ਕੋਰਸ ਮਿਲ ਜੂਗਾ, ਉਸ ਤੋਂ ਬਾਅਦ ਪਟਵਾਰੀ ਦੇ ਕੋਰਸਿਸ ਮਿਲ ਜਾਣਗੇ, ਜਾਂ ਹੋਰ ਵੀ ਜਿੰਨੇ ਵੀ ਆਪਣੇ ਐਗਜ਼ਾਮ ਆਉਂਦੇ ਉਹਨਾਂ ਸਾਰਿਆਂ ਦੇ ਕੋਰਸਿਸ ਮਿਲ ਜਾਣਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਆਪਣੇ ਐਗਜ਼ਾਮ ਬਹੁਤ ਆਉਣ ਵਾਲੇ ਆ, ਜਾ ਕੇ ਜ਼ਰੂਰ ਹੁਣ ਪ੍ਰਪਰੇਸ਼ਨ ਸਟਾਰਟ ਕਰ ਦਿਓ। ਆਪਣੀ ਜੋ ਵੀ ਪ੍ਰਪਰੇਸ਼ਨ ਹੈਗੀ ਹੁਣੇ ਤੋਂ ਹੀ ਸਟਾਰਟ ਕਰ ਦਿਓ। ਹੁਣ ਜਿਵੇਂ ਆਪਣੀਆਂ ਕੋਆਪਰੇਟਿਵ ਬੈਂਕ ਦੀਆਂ ਜਿਹੜੀਆਂ ਨੌਕਰੀਆਂ ਵੀ ਨਿਕਲ ਰਹੀਆਂ, ਉਹਦੇ ਵਿੱਚ 1497 ਪਲੱਸ ਕਲਰਕ ਦੀ ਪੋਸਟ ਹੈਗੀ ਹੈ। ਉਸ ਤੋਂ ਬਾਅਦ 81 ਪੋਸਟਾਂ ਮੈਨੇਜਰ ਦੀਆਂ ਹੈਗੀਆਂ ਉਹਦੇ ਵਿੱਚ। ਸੋ ਆਪਣੀ ਤਿਆਰੀ ਹੈ ਹੁਣੇ ਤੋਂ ਹੀ ਸ਼ੁਰੂ ਕਰ ਦਿਓ। ਇੱਦਾਂ ਨਾ ਸੋਚੋ ਵੀ ਨੋਟੀਫਿਕੇਸ਼ਨ ਆਊਗੀ ਤਾਂ ਆਪਾਂ ਪੜ੍ਹਾਂਗੇ। ਸੋ ਹੁਣੇ ਤੋਂ ਹੀ ਸਾਰਾ ਪ੍ਰਪਰੇਸ਼ਨ ਸਟਾਰਟ ਕਰ ਦਿਓ ਆਪਣਾ, ਠੀਕ ਹੈ ਜੀ। ਸੋ ਜਿਹੜੀ ਐਪ ਹੈਗੀ ਡਾਊਨਲੋਡ ਕਰ ਲੈਣਾ, ਤਾਂ ਜਿਹੜੇ ਕਰੰਟ ਅਫੇਅਰ ਹੈ ਤੁਹਾਨੂੰ ਉਹ ਵੀ ਮਿਲ ਸਕਦੇ ਐਪ 'ਤੇ, ਠੀਕ ਹੈ ਜੀ। ਸੋ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ 'ਤੇ ARNTANEJ07 'ਤੇ। ਜੋ ਵੀ ਤੁਹਾਡੀ ਕਿਊਰੀਜ਼ ਹੈਗੀਆਂ, ਰਿਵਿਊਜ਼ ਹੈਗੀਆਂ, ਤੁਸੀਂ ਮੈਨੂੰ ਆਪਣੇ ਦੇ ਸਕਦੇ ਹੋ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਸ਼ਾਮਾਜੀ ਕ੍ਰਿਸ਼ਨਾ ਵਰਮਾ ਐਸਟੈਬਲਿਸ਼ ਇੰਡੀਅਨ ਹੋਮ ਰੂਲ ਸੁਸਾਇਟੀ ਇਨ। ਤੁਹਾਨੂੰ ਪਤਾ ਵੀ ਆਪਾਂ ਰੈਵੋਲਿਊਸ਼ਨਰੀ ਮੂਵਮੈਂਟਸ ਪੜ੍ਹ ਰਹੇ ਸੀ, ਜਿਵੇਂ ਆਪਾਂ ਕੱਲ੍ਹ ਵੀ ਪੜ੍ਹੀਆਂ ਸੀ ਰੈਵੋਲਿਊਸ਼ਨਰੀ ਮੂਵਮੈਂਟ, ਤਾਂ ਅੱਜ ਵੀ ਆਪਾਂ ਰੈਵੋਲਿਊਸ਼ਨਰੀ ਮੂਵਮੈਂਟ ਤੋਂ ਹੀ ਸਟਾਰਟ ਕਰਾਂਗੇ। ਕੱਲ੍ਹ ਆਪਾਂ ਪੜ੍ਹੀਆਂ ਸੀ ਜੋ ਇੰਡੀਆ ਦੇ ਵਿੱਚ ਹੋਈਆਂ ਸੀ ਰੈਵੋਲਿਊਸ਼ਨਰੀ ਮੂਵਮੈਂਟਸ। ਹੁਣ ਆਪਾਂ ਪੜ੍ਹਾਂਗੇ ਜੋ ਰੈਵੋਲਿਊਸ਼ਨਰੀ ਮੂਵਮੈਂਟ ਇੰਡੀਆ ਦੇ ਲਈ ਹੋ ਰਹੀਆਂ ਸੀ ਪਰ ਇੰਡੀਆ ਤੋਂ ਬਾਹਰ ਹੋ ਰਹੀਆਂ ਸੀਗੀਆਂ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਕਸਟ੍ਰੀਮਲੀ ਇੰਪੋਰਟੈਂਟ ਹੈਗਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਸੋ ਸ਼ਾਮਾਜੀ ਕ੍ਰਿਸ਼ਨਾ ਵਰਮਾ ਨੇ ਇੰਡੀਆ ਹੋਮ ਰੂਲ ਸੁਸਾਇਟੀ ਨਾਮ ਦੀ ਇੱਕ ਔਰਗਨਾਈਜੇਸ਼ਨ ਫਾਰਮ ਕੀਤੀ ਸੀ, ਜੋ ਰੈਵੋਲਿਊਸ਼ਨਰੀ ਐਕਟੀਵਿਟੀਜ਼ ਨੂੰ ਸਪੋਂਸਰ ਕਰ ਰਹੀ ਸੀ ਉਸ ਟਾਈਮ 'ਤੇ। ਤਾਂ ਉਹ ਕਿੱਥੇ ਫਾਰਮ ਕੀਤੀ ਸੀ? ਆਪਣਾ ਆਨਸਰ ਆ ਜਾਊਗਾ ਲੰਡਨ ਦੇ ਵਿੱਚ ਕੀਤੀ ਸੀਗੀ। ਜਿੰਨਾ ਕੁ ਪਾਰਟੀਸਪੇਸ਼ਨ ਇੰਡੀਅਨ ਦਾ ਸੀਗਾ ਰੈਵੋਲਿਊਸ਼ਨਰੀ ਮੂਵਮੈਂਟ ਦੇ ਵਿੱਚ, ਉਨਾ ਕੁ ਫੋਰਨਰਸ ਦਾ ਵੀ ਸੀਗਾ। ਜਿਵੇਂ ਕਿ ਗਦਰ ਮੂਵਮੈਂਟ ਹੀ ਵੇਖ ਲਓ ਤੁਸੀਂ, ਸਾਰੀ ਦੀ ਸਾਰੀ USA ਤੋਂ ਆਪਰੇਟ ਕੀਤੀ ਜਾ ਰਹੀ ਸੀਗੀ। ਸੈਨ ਫ੍ਰਿਸਕੋ ਇਹਨਾਂ ਦਾ ਬੇਸ ਸੀਗਾ ਗਦਰ ਮੂਵਮੈਂਟ ਦਾ, ਸਾਰਿਆਂ ਨੂੰ ਪਤਾ ਹੋਊਗਾ। ਤਾਂ ਤੁਸੀਂ ਵੇਖ ਸਕਦੇ ਹੋ ਵੀ ਇੰਡੀਅਨਸ ਜਿਹੜੇ ਬਾਹਰ ਰਹਿ ਰਹੇ ਸੀਗੇ ਬਹੁਤ ਹੀ ਵੱਡੇ ਪੱਧਰ 'ਤੇ ਪਾਰਟੀਸਪੇਟ ਕਰ ਰਹੇ ਸੀਗੇ, ਆਪਣੀ ਜਿਹੜੀ ਮੂਵਮੈਂਟਸ ਚੱਲ ਰਹੀਆਂ ਸੀਗੀਆਂ। ਸੋ ਉਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਇੰਡੀਅਨ ਹੋਮ ਰੂਲ ਸੁਸਾਇਟੀ ਕਦੋਂ ਫਾਰਮਡ ਹੋਈ ਸੀਗੀ? 1905 ਦੇ ਵਿੱਚ। ਆਪਾਂ ਨੂੰ ਪੁੱਛ ਲਿਆ ਜਾਂਦਾ ਕਿਹਨੇ ਫਾਰਮਡ ਕੀਤੀ ਸੀ? ਸ਼ਾਮਾਜੀ ਕ੍ਰਿਸ਼ਨਾ ਵਰਮਾ। ਕੱਲ੍ਹ ਆਪਾਂ ਕਿਹੜੀ ਪੜ੍ਹੀ ਸੀਗੀ? ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਪੜ੍ਹਿਆ ਸੀਗਾ 1924 ਦੇ ਵਿੱਚ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਪੜ੍ਹਿਆ ਸੀਗਾ 1928 ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਐਕਸਟ੍ਰੀਮਲੀ ਜ਼ਿਆਦਾ ਇੰਪੋਰਟੈਂਟ ਹੈਗੀਆਂ। ਸੋ ਹੁਣ ਆਪਾਂ ਅੱਗੇ ਪੜ੍ਹਦੇ ਹਾਂ। ਇੰਡੀਅਨ ਹੋਮ ਰੂਲ ਸੁਸਾਇਟੀ ਕਦੋਂ ਫਾਰਮਡ ਹੋਈ ਸੀ? 1905 ਦੇ ਵਿੱਚ। ਸ਼ਾਮਾਜੀ ਕ੍ਰਿਸ਼ਨਾ ਵਰਮਾ ਨੇ ਫਾਰਮ ਕੀਤੀ ਸੀ। ਕਿੱਥੇ ਕੀਤੀ ਸੀ? ਲੰਡਨ ਦੇ ਵਿੱਚ। ਸੋ ਇਸੇ ਤਰ੍ਹਾਂ ਦੇ ਆਪਾਂ ਨੂੰ ਕੁਐਸਚਨ ਪੁੱਛੇ ਜਾਣੇ ਐਗਜ਼ਾਮ ਦੇ ਵਿੱਚ। ਬਾਕੀ ਜਿੰਨੀਆਂ ਵੀ ਜਿਵੇਂ ਕਿ ਈਸਟ ਇੰਡੀਆ ਐਸੋਸੀਏਸ਼ਨ ਹੈ ਲੰਡਨ 'ਚ ਫਾਰਮਡ ਹੋਈ ਸੀ, ਕਿਹਨੇ ਫਾਰਮਡ ਕੀਤੀ ਸੀਗੀ? ਦਾਦਾ ਭਾਈ ਨਰੋਜੀ ਨੇ। ਸੋ ਇਹ ਚੀਜ਼ਾਂ ਆਪਾਂ ਕੱਲ੍ਹ ਵੀ ਪੜ੍ਹੀਆਂ ਸੀਗੀਆਂ। ਹੂ ਅਮੰਗ ਆਫ ਦ ਫੋਲੋਇੰਗ ਫਾਊਂਡਡ ਦਾ ਗਦਰ ਪਾਰਟੀ। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ ਗਦਰ ਪਾਰਟੀ ਦੇ ਫਾਊਂਡਰ ਕੌਣ ਸੀਗੇ? ਸਾਰਿਆਂ ਨੂੰ ਲਗਭਗ ਪਤਾ ਹੀ ਹੋਊਗਾ, ਲਾਲਾ ਹਰਦਿਆਲ ਜੀ ਗਦਰ ਪਾਰਟੀ ਦੇ ਫਾਊਂਡਰ ਸੀਗੇ। ਕਦੋਂ ਫਾਰਮਡ ਹੋਈ ਸੀ ਗਦਰ ਪਾਰਟੀ? ਤਾਂ ਆਪਣਾ ਆਨਸਰ ਆ ਜਾਊਗਾ 1913 ਦੇ ਵਿੱਚ ਗਦਰ ਪਾਰਟੀ ਫਾਰਮਡ ਹੋਈ ਸੀ। ਕਿੱਥੇ ਹੋਈ ਸੀ? ਕਿ ਸੈਨ ਫ੍ਰਿਸਕੋਸ ਦੇ ਵਿੱਚ ਹੋਈ ਸੀਗੀ। ਗਦਰ ਪਾਰਟੀ ਕਿਵੇਂ ਬਣੀ ਸੀਗੀ? ਇੱਕ ਨਿਊਜ਼ਪੇਪਰ ਸੀਗਾ ਜਿਹਦੇ ਵਿੱਚ ਆਪਣੀਆਂ ਪੋਇਮਸ ਦੇ ਰਾਹੀਂ ਉਹ ਆਪਣੀਆਂ ਜਿਹੜੀਆਂ ਗੱਲਾਂ ਦੱਸਦੇ ਹੁੰਦੇ ਸੀਗੇ ਲੋਕਾਂ ਨੂੰ, ਵੀ ਹਾਂ ਵੀ ਇੱਦਾਂ ਹੋਣਾ ਚਾਹੀਦਾ, ਬ੍ਰਿਟਿਸ਼ ਰੂਲ ਨੂੰ ਉਖਾੜਨਾ ਚਾਹੀਦਾ। ਉਹ ਇੱਕ ਨਿਊਜ਼ਪੇਪਰ ਹੀ ਲਹਿਰ ਬਣ ਗਿਆ ਇੰਡੀਆ ਦੇ ਵਿੱਚ। ਸੋ ਇਸ ਚੀਜ਼ ਨੂੰ ਤੁਸੀਂ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨਿਊਜ਼ਪੇਪਰ ਹੀ ਬਾਅਦ ਦੇ ਵਿੱਚ ਜਾ ਕੇ ਲਹਿਰ ਬਣ ਗਿਆ ਸੀਗਾ। ਪਹਿਲਾਂ ਕੀ ਸੀਗਾ? ਪਹਿਲਾਂ ਗਦਰ ਪਾਰਟੀ ਕਦੋਂ ਫਾਰਮਡ ਹੋਈ ਸੀਗੀ? ਆਪਣਾ ਆਨਸਰ ਆ ਜਾਊਗਾ 1913 ਦੇ ਵਿੱਚ। ਕਿੱਥੇ ਹੋਈ ਸੀਗੀ? ਸੈਨ ਫ੍ਰਿਸਕੋਸ ਦੇ ਵਿੱਚ ਹੋਈ। ਸੈਨ ਫ੍ਰਿਸਕੋਸ ਕਿੱਥੇ ਹੈ? USA ਦੇ ਵਿੱਚ ਹੈ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਕਿੰਨੇ ਫਾਊਂਡਰ ਕੌਣ ਸੀਗੇ? ਲਾਲਾ ਹਰਦਿਆਲ ਸੀਗੇ ਇਹਦੇ ਫਾਊਂਡਰ। ਪਹਿਲਾਂ ਇੱਕ ਨਿਊਜ਼ਪੇਪਰ ਦੇ ਰਾਹੀਂ ਸਟਾਰਟ ਹੋਈ ਸੀਗੀ। ਇੱਕ ਨਿਊਜ਼ਪੇਪਰ ਸੀਗਾ ਜਿਹਦੇ ਵਿੱਚ ਆਪਣੀਆਂ ਜਿਹੜੇ ਵਿਊਜ਼ ਆ ਪਬਲਿਸ਼ ਕੀਤੇ ਜਾਂਦੇ ਸੀਗੇ ਬਾਈ ਜਿਹੜੇ ਆਪਣੇ ਗਦਰਿਸਟ ਹੁੰਦੇ ਸੀਗੇ, ਜਿਹੜੇ ਰੈਵੋਲਿਊਸ਼ਨਰੀ ਹੁੰਦੇ ਸੀਗੇ, ਆਪਣੇ ਵੀਰ ਭਰਾ, ਉਹਨਾਂ ਦੁਆਰਾ ਆਪਣੇ ਵਿਊਜ਼ ਆ ਪੇਸ਼ ਕੀਤੇ ਜਾਂਦੇ ਸੀ, ਕਲਮ ਦੇ ਰਾਹੀਂ ਪੇਸ਼ ਕੀਤੇ ਜਾਂਦੇ ਸੀਗੇ। ਜਿਵੇਂ ਆਪਣੇ ਹੁਣ ਫਾਰਮ ਪ੍ਰੋਟੈਸਟ ਚੱਲ ਰਿਹਾ, ਤਾਂ ਕੀ ਹੋ ਰਿਹਾ? ਗਾਣਿਆਂ ਦੇ ਰਾਹੀਂ ਆਪਣਾ ਜਿਹੜਾ ਰੋਸ਼ ਹੈ ਮਤਲਬ ਸ਼ੋਅ ਕਰ ਰਹੇ ਲੋਕਾਂ ਨੂੰ ਵੀ ਹਾਂ ਅਸੀਂ ਪਰੇਸ਼ਾਨ ਆ ਤੁਹਾਡੇ ਤੋਂ, ਜਾਂ ਜਿਵੇਂ ਵੀ ਹੈਗਾ, ਠੀਕ ਹੈ ਜੀ। ਤਾਂ ਇਹ ਚੀਜ਼ ਹੈਗੀ ਹੈ ਵੀ। ਅਤੇ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਹੁਣ ਗਦਰ ਪਾਰਟੀ ਕਦੋਂ ਫਾਰਮਡ ਹੋਈ ਸੀ? 1913 ਦੇ ਵਿੱਚ, ਲਾਲਾ ਹਰਦਿਆਲ ਰਾਏ। ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ।
ਹੂ ਅਮੰਗ ਆਫ ਦ ਫੋਲੋਇੰਗ ਵਾਜ਼ ਦ ਫਸਟ ਚੇਅਰਮੈਨ ਆਫ ਦ ਗਦਰ ਪਾਰਟੀ। ਹੁਣ ਤੱਕ ਤਾਂ ਆਪਾਂ ਪੜ੍ਹਿਆ ਸੀਗਾ ਵੀ ਗਦਰ ਪਾਰਟੀ ਫਾਊਂਡ ਕਿਹਨੇ ਕੀਤੀ। ਹੁਣ ਆਪਾਂ ਨੂੰ ਕੁਐਸਚਨ ਪੁੱਛ ਲਿਆ ਜਾਂਦਾ ਵੀ ਪਹਿਲਾ ਚੇਅਰਮੈਨ ਕੌਣ ਸੀਗਾ ਜਦੋਂ ਗਦਰ ਪਾਰਟੀ ਆਪਣੀ ਹੋਂਦ ਦੇ ਵਿੱਚ ਆਈ ਸੀਗੀ, ਪਰਟੀਕੂਲਰ ਹੋਂਦ ਦੇ ਵਿੱਚ ਆਈ ਸੀ। ਤਾਂ ਆਪਣਾ ਆਨਸਰ ਆ ਜਾਊਗਾ ਸੋਹਣ ਸਿੰਘ ਭਕਨਾ ਕੌਣ ਸੀਗੇ, ਗਦਰ ਪਾਰਟੀ ਦੇ ਚੇਅਰਮੈਨ ਸੀਗੇ। ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਫਾਊਂਡ ਕਿਹਨੇ ਕੀਤੀ ਸੀ, ਲਾਲਾ ਹਰਦਿਆਲ ਨੇ ਕੀਤੀ ਸੀਗੀ। ਇਹਦੇ ਪਹਿਲੇ ਚੇਅਰਮੈਨ ਕੌਣ ਸੀਗੇ, ਸੋਹਣ ਸਿੰਘ ਭਕਨਾ। ਕਦੋਂ ਹੋਈ ਸੀਗੀ ਗਦਰ ਪਾਰਟੀ ਫਾਊਂਡ, 1913 ਦੇ ਵਿੱਚ। ਇਨ ਵਿਚ ਆਫ ਦ ਫੋਲੋਇੰਗ ਕੰਟਰੀ ਗਦਰ ਪਾਰਟੀ ਵਾਜ਼ ਫਾਊਂਡਡ। ਇਹ ਮੈਂ ਤੁਹਾਨੂੰ ਆਲਰੇਡੀ ਵੀ ਦੱਸ ਚੁੱਕਿਆ। USA ਦੇ ਵਿੱਚ ਗਦਰ ਪਾਰਟੀ ਫਾਰਮਡ ਹੋਈ ਸੀ, ਸੈਨ ਫ੍ਰਿਸਕੋਸ ਦੇ ਵਿੱਚ ਹੋਈ ਸੀ ਗਦਰ ਪਾਰਟੀ। ਇਹਦੇ ਹੈੱਡਕੁਆਟਰ ਸੈਨ ਫ੍ਰਿਸਕੋਸ ਦੇ ਵਿੱਚ ਹੈਗੇ ਆ। ਸੋ ਆਪਾਂ ਨੂੰ ਸਿੰਪਲੀ ਪੁੱਛ ਲਿਆ ਜਾਂਦਾ ਹੁੰਦਾ ਵੀ ਜਿਹੜੇ ਗਦਰ ਪਾਰਟੀ ਦੇ ਹੈੱਡਕੁਆਟਰ ਕਿੱਥੇ ਹੈਗੇ ਆ, ਤਾਂ ਆਪਣਾ ਆਨਸਰ ਆ ਜਾਊਗਾ ਸੈਨ ਫ੍ਰਿਸਕੋਸ ਦੇ ਵਿੱਚ ਗਦਰ ਪਾਰਟੀ ਦੇ ਹੈੱਡਕੁਆਟਰਸ ਹੈਗੇ ਆ। ਠੀਕ ਹੈ ਜੀ। ਤਾਂ ਕਿੱਥੇ ਹੋਈ ਸੀ, USA ਦੇ ਵਿੱਚ ਹੋਈ ਸੀ, ਨਾ ਕਿ ਇੰਡੀਆ ਦੇ ਵਿੱਚ ਹੋਈ ਸੀ। ਗਦਰ ਪਾਰਟੀ ਦੇ ਫਾਊਂਡਰ ਕੌਣ ਸੀ, ਲਾਲਾ ਹਰਦਿਆਲ ਰਾਏ। ਅਤੇ ਇਹਦੇ ਪਹਿਲੇ ਚੇਅਰਮੈਨ ਕੌਣ ਸੀਗੇ, ਸੋਹਣ ਸਿੰਘ ਭਕਨਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਐਕਸਟ੍ਰੀਮਲੀ ਇੰਪੋਰਟੈਂਟ ਹੈਗੀਆਂ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਜਿਵੇਂ ਮੈਂ ਤੁਹਾਨੂੰ ਕਰਵਾ ਵੀ ਚੁੱਕਿਆ ਵੀ ਹੈੱਡਕੁਆਟਰ ਕਿੱਥੇ ਸੀਗੇ ਗਦਰ ਪਾਰਟੀ ਦੇ, ਤਾਂ ਆਪਣਾ ਆਨਸਰ ਆ ਜਾਊਗਾ ਸੈਨ ਫ੍ਰਿਸਕੋਸ ਦੇ ਵਿੱਚ ਗਦਰ ਪਾਰਟੀ ਦੇ ਹੈੱਡਕੁਆਟਰ ਸੀਗੇ। ਐਕਸਟ੍ਰੀਮਲੀ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਤੁਸੀਂ ਇਹਨਾਂ ਨੂੰ ਯਾਦ ਕਰਨਾ ਹੈ। ਬਾਕੀ ਜਿਹੜੀ ਪੋਲੀਟੀਕਲ ਆਰਗੇਨਾਈਜੇਸ਼ਨ ਦੀ ਹੈ ਰਿਵੀਜ਼ਨ ਤੁਹਾਨੂੰ ਮੈਂ ਅੱਜ ਕਰਵਾਊਂਗਾ, ਨਿਊਜ਼ਪੇਪਰ ਦੀ ਰਿਵੀਜ਼ਨ ਕਰਵਾਊਂਗਾ, ਜਾਂ ਹੋਰ ਵੀ ਜਿਹੜੀਆਂ ਆਪਾਂ ਲਿਸਟਾਂ ਕੀਤੀਆਂ ਸੀ ਸਾਰਿਆਂ ਦੀ ਆਪਾਂ ਰਿਵੀਜ਼ਨ ਕਰਾਂਗੇ ਅੱਜ, ਕਿਉਂਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਚੀਜ਼ਾਂ ਹੈਗੀਆਂ ਉਹ। ਜਿਵੇਂ ਪੀਜ਼ੈਂਟ ਰਿਵੋਲਟ ਪੜ੍ਹੇ ਸੀਗੇ, ਜਾਂ ਆਪਾਂ ਟਰਾਈਬਲ ਰਿਵੋਲਟ ਪੜ੍ਹੇ ਸੀਗੇ। ਤੁਸੀਂ ਖੁਦ ਤਾਂ ਰਿਵਾਈਜ਼ ਇੰਨਾ ਨਹੀਂ ਹੋ ਪਾਉਂਦਾ, ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਜਦੋਂ ਲੈਕਚਰ ਦੇ 1-2 ਮਿੰਟ ਰਹਿ ਜਾਂਦੇ ਤਾਂ ਅਖੀਰਲੇ ਮਿੰਟ ਦੇ ਵਿੱਚ ਆਪਾਂ ਜਿਹੜੀ ਆਪਣੀ ਲਿਸਟਾਂ ਹੈਗੀਆਂ ਉਹਦੀ ਰਿਵੀਜ਼ਨ ਕਰ ਲਈਏ। ਸੋ ਆਪਾਂ ਕੋਸ਼ਿਸ਼ ਕਰਾਂਗੇ ਅੱਜ ਕਰਨ ਦੀ। ਤਾਂ ਹੈੱਡਕੁਆਟਰ ਕਿੱਥੇ ਸੀਗੇ ਗਦਰ ਪਾਰਟੀ ਦੇ, ਤਾਂ ਆਪਣਾ ਆਨਸਰ ਆ ਜਾਊਗਾ ਸੈਨ ਫ੍ਰਿਸਕੋਸ ਦੇ ਵਿੱਚ ਸੀਗੇ। ਵਟ ਵਾਜ਼ ਦਾ ਕੋਜ਼ ਆਫ ਦਾ ਆਊਟਬ੍ਰੇਕ ਆਫ ਦਾ ਗਦਰ ਰੈਵੋਲਿਊਸ਼ਨ। ਕਾਰਨ ਕੀ ਸੀਗਾ ਗਦਰ ਰੈਵੋਲਿਊਸ਼ਨ ਦਾ, ਤਾਂ ਆਪਣਾ ਆਨਸਰ ਆ ਜਾਊਗਾ ਬਿਗਿਨਿੰਗ ਆਫ ਦੀ ਫਸਟ ਵਰਲਡ ਵਾਰ। ਸੋ ਜਿਹੜਾ ਕਾਰਨ ਸੀਗਾ ਵੀ ਵਰਲਡ ਵਾਰ ਸਟਾਰਟ ਹੋ ਗਿਆ ਸੀਗਾ। ਠੀਕ ਹੈ ਜੀ। ਜਦੋਂ ਗਦਰ ਪਾਰਟੀ ਇੰਡੀਆ ਦੇ ਵਿੱਚ ਉੱਭਰ ਕੇ ਸਾਹਮਣੇ ਆਈ, ਤਾਂ ਕਿਉਂ ਉੱਭਰ ਕੇ ਸਾਹਮਣੇ ਆਈ, ਕਿਉਂ ਆਊਟਬ੍ਰੇਕ ਹੋਇਆ ਗਦਰ ਪਾਰਟੀ ਦਾ, ਤਾਂ ਇਹਦਾ ਕਾਰਨ ਸੀਗਾ ਫਸਟ ਵਰਲਡ ਵਾਰ ਦਾ ਹੋਣਾ। 2 ਕਾਰਨ ਸੀਗੇ ਜੋ ਮੇਜਰ ਜੋ ਗਦਰ ਪਾਰਟੀ ਨੂੰ ਅਪਥਰਸਟ ਕੀਤੇ, ਜਾਂ ਕਹਿ ਸਕਦੇ ਆ ਟ੍ਰਿਗਰ ਕੀਤੇ। ਜਿਹੜਾ ਸਭ ਤੋਂ ਪਹਿਲਾ ਇੰਪੋਰਟੈਂਟ ਕਾਰਨ ਸੀਗਾ ਉਹ ਸੀਗਾ ਵਰਲਡ ਵਾਰ ਦਾ ਹੋਣਾ। ਦੂਜਾ ਕਾਰਨ ਸੀਗਾ ਕਾਮਾਗਾਟਾ ਮਾਰੂ ਇੰਸੀਡੈਂਟ ਦਾ ਹੋਣਾ। ਠੀਕ ਹੈ ਜੀ। 2 ਮੇਜਰ ਕਾਰਨ ਸੀ ਜਿਨ੍ਹਾਂ ਕਰਕੇ ਗਦਰ ਪਾਰਟੀ ਉੱਭਰ ਕੇ ਸਾਹਮਣੇ ਆਈ। ਇੰਡੀਆ ਦੇ ਵਿੱਚ ਉਹਨੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਅਤੇ ਆਪਣੀ ਜਿਹੜੀ ਐਕਟੀਵਿਟੀਜ਼ ਇੰਡੀਆ ਦੇ ਵਿੱਚ ਵੱਡੇ ਲੈਵਲ 'ਤੇ ਸਟਾਰਟ ਕੀਤੀਆਂ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਫਸਟ ਵਰਲਡ ਵਾਰ ਦਾ ਕਾਰਨ ਕੀ ਸੀਗਾ, ਕਿ ਵੀ ਕਿਉਂ ਗਦਰ ਪਾਰਟੀ ਫਸਟ ਵਰਲਡ ਵਾਰ ਦੌਰਾਨ ਹੀ ਉੱਭਰ ਕੇ ਸਾਹਮਣੇ ਆਈ, ਜਾਂ ਕਾਮਾਗਾਟਾ ਮਾਰੂ ਇੰਸੀਡੈਂਟ ਤੋਂ ਬਾਅਦ ਆਈ। ਜਿਹੜੀ ਫਸਟ ਵਰਲਡ ਵਾਰ ਸੀਗੀ ਤਾਂ ਰੈਵੋਲਿਊਸ਼ਨਰੀ ਨੂੰ ਲੱਗ ਰਿਹਾ ਸੀਗਾ ਵੀ ਜਿਹੜਾ ਫਸਟ ਵਰਲਡ ਵਾਰ ਚੱਲ ਰਿਹਾ ਤਾਂ ਅੰਗਰੇਜ਼ਾਂ ਦਾ ਜਿਹੜਾ ਪੂਰਾ ਧਿਆਨ ਉਹਦੇ ਵਰਲਡ ਵਾਰ 'ਚ ਹੋਊਗਾ, ਇੰਡੀਅਨਸ ਵੱਲ ਤਾਂ ਧਿਆਨ ਹੋਣਾ ਹੀ ਨਹੀਂ ਉਹਨਾਂ ਦਾ। ਤਾਂ ਇਸ ਸਿਚੁਏਸ਼ਨ ਦਾ ਫਾਇਦਾ ਉਠਾਇਆ ਜਾ ਸਕਦਾ, ਬ੍ਰਿਟਿਸ਼ ਰੂਲ ਨੂੰ ਜੜੋਂ ਹੀ ਖਦੇੜਿਆ ਜਾ ਸਕਦਾ। ਪਰ ਉਹਨਾਂ ਨੇ ਇੱਕ ਗਲਤੀ ਕਰਤੀ ਇੱਥੇ, ਰੈਵੋਲਿਊਸ਼ਨਰੀਜ਼ ਨੇ ਆਪਣੇ ਜਿਹੜੇ ਵੀਰ ਭਰਾ ਸੀ ਉਹਨਾਂ ਨੇ ਇੱਕ ਗਲਤੀ ਕਰਤੀ ਬਈ ਉਹਨਾਂ ਨੇ ਜਿਹੜੀ ਬ੍ਰਿਟਿਸ਼ਰਸ ਦੀ ਪਾਵਰ ਸੀਗੀ ਉਹਨੂੰ ਅੰਡਰ ਐਸਟੀਮੇਟ ਕਰ ਲਿਆ। ਉਹਨਾਂ ਦਾ ਸਪਾਈ ਸਿਸਟਮ ਇੰਨਾ ਕੁ ਤੇਜ਼ ਸੀਗਾ ਬ੍ਰਿਟਿਸ਼ਰਸ ਦਾ, ਉਹਨਾਂ ਨੇ ਪਹਿਲਾਂ ਹੀ ਭਾਪ ਲਿਆ ਸੀਗਾ ਵੀ ਹਾਂ ਇੱਕ ਮੂਵਮੈਂਟ ਹੋਣ ਵਾਲੀ ਹੈ, ਗਦਰਿਸ਼ ਦੀ ਮੂਵਮੈਂਟ ਹੋਣ ਵਾਲੀ ਹੈ। ਉਹਨਾਂ ਨੇ ਆਪਣੇ ਲੀਡਰ ਦੀ ਇਸਟੈਬਲਿਸ਼ਮੈਂਟ ਤੋਂ ਪਹਿਲਾਂ, ਜਾਂ ਕਹਿ ਸਕਦੇ ਹਾਂ ਲੀਡਰ ਦੀ ਹੋਂਦ ਤੋਂ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਹਿਸਾਬ ਦਾ। ਠੀਕ ਹੈ ਜੀ। ਸੋ ਇਹ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਐਕਸਟ੍ਰੀਮਲੀ ਇੰਪੋਰਟੈਂਟ ਹੈਗੀਆਂ। ਆਪਾਂ ਨੂੰ ਸਿੰਪਲੀ ਐਗਜ਼ਾਮ ਦੇ ਵਿੱਚ ਰੀਜ਼ਨ ਵੀ ਪੁੱਛੇ ਜਾ ਸਕਦੇ ਆ, ਨੋ ਡਾਊਟ। ਜਿਹੜਾ ਆਪਣਾ ਨਾਇਬ ਤਹਿਸੀਲਦਾਰ ਦਾ ਪੇਪਰ ਹੈਗਾ ਜਾਂ ਪਟਵਾਰੀ ਦੇ ਐਗਜ਼ਾਮ ਹੈਗੇ, ਉਹਦੇ ਵਿੱਚ ਬਹੁਤ ਹੀ ਫੈਕਚੁਅਲ ਕੁਐਸਚਨ ਪੁੱਛੇ ਜਾਂਦੇ ਹੁੰਦੇ ਆ। ਪਰ ਤੁਹਾਨੂੰ ਅਗਰ ਡਿਟੇਲ ਥੋੜ੍ਹੀ ਜਿਹੀ ਪਤਾ ਹੋਊਗੀ ਚੀਜ਼ ਦੀ, ਤੁਸੀਂ ਉਹਨੂੰ ਈਜ਼ੀਲੀ ਆਪਣੇ ਮਾਈਂਡ ਦੇ ਵਿੱਚ ਇਨਕਲਕੇਟ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਮੈਂ ਕੋਸ਼ਿਸ਼ ਕਰਦਾ ਹਰ ਕੁਐਸਚਨ ਦੇ ਨਾਲ ਜੋ ਵੀ ਉਹਦਾ ਬੈਕਗਰਾਊਂਡ ਹੋਊਗਾ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ। ਜੇ ਮੈਂ ਤੁਹਾਨੂੰ ਕੱਲ੍ਹ ਸਮਝਾਇਆ ਸੀਗਾ ਵੀ ਰੈਵੋਲਿਊਸ਼ਨਰੀ ਮੂਵਮੈਂਟ ਕਿਉਂ ਉੱਭਰ ਕੇ ਸਾਹਮਣੇ ਆਈਆਂ, ਮੂਵਮੈਂਟ ਉੱਭਰ ਕੇ ਸਾਹਮਣੇ ਆਉਣ ਦਾ ਕਾਰਨ ਸੀਗਾ ਉਹ ਸੀਗਾ ਫੇਲੀਅਰ ਆਫ ਆਵਰ ਕਾਂਗਰਸ ਦਾ ਵਾਰ-ਵਾਰ ਫੇਲ ਹੋਣਾ। ਜਿਵੇਂ ਕਿ ਹੋਮ ਰੂਲ ਲੀਗ ਮੂਵਮੈਂਟ ਦੇ ਵਿੱਚ ਫੇਲ ਹੋਣਾ, ਉਸ ਤੋਂ ਬਾਅਦ ਨਾਨ ਕਾਰਪੋਰੇਸ਼ਨ ਮੂਵਮੈਂਟ ਦੇ ਵਿੱਚ ਫੇਲ ਹੋਣਾ, ਸਵਦੇਸ਼ੀ ਮੂਵਮੈਂਟ ਦਾ ਫੇਲੀਅਰ ਹੋਣਾ। ਇਹ ਸਾਰੀਆਂ ਫੇਲੀਅਰ ਜਿਹੜੀਆਂ ਚੱਲ ਰਹੀਆਂ ਸੀ ਕਾਂਗਰਸ ਦੀਆਂ, ਐਕਸਟ੍ਰੀਮਿਸਟ ਨੂੰ ਪਸੰਦ ਨਹੀਂ ਆ ਰਹੀਆਂ ਸੀਗੀਆਂ। ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣੀ ਰੈਵੋਲਿਊਸ਼ਨਰੀ ਮੂਵਮੈਂਟ ਸਟਾਰਟ ਕਰਤੀਆਂ। ਠੀਕ ਹੈ ਜੀ। ਸੋ ਨੈਕਸਟ ਹੈਗਾ ਆਪਣਾ ਕੁਐਸਚਨ, ਹੂ ਅਮੰਗ ਆਫ ਦਾ ਫੋਲੋਇੰਗ ਐਸਟੈਬਲਿਸ਼ ਅ ਰਿਪਬਲਿਕਨ ਗਵਰਨਮੈਂਟ ਅਬਰੋਡ। ਬਹੁਤ ਹੀ ਜ਼ਿਆਦਾ ਵਾਇਰਲ ਕੁਐਸਚਨ ਹੈਗਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਆਪਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈਗਾ ਵੀ ਕਿਹੜਾ ਇਹੋ ਜਿਹਾ ਪਰਸਨ ਸੀਗਾ ਉਹਨੇ ਪਹਿਲੀ ਰਿਪਬਲਿਕਨ ਗਵਰਨਮੈਂਟ ਬਣਾ ਲਈ ਸੀ ਇੰਡੀਆ ਦੀ ਫੋਰਨ ਦੇ ਵਿੱਚ। ਤਾਂ ਆਪਣਾ ਆਨਸਰ ਆ ਜਾਊਗਾ ਮਹਿੰਦਰ ਪ੍ਰਤਾਪ। ਮਹਿੰਦਰ ਪ੍ਰਤਾਪ ਨੇ ਅਫਗਾਨਿਸਤਾਨ ਦੇ ਵਿੱਚ ਇੱਕ ਆਪਣੀ ਇੰਡੀਪੈਂਡੈਂਟ ਗਵਰਨਮੈਂਟ ਬਣਾ ਲਈ ਸੀ ਇੰਡੀਆ ਦੀ। ਉਹਨਾਂ ਨੇ ਕਹਿਤਾ ਵੀ ਹਾਂ ਇੰਡੀਆ ਦੀ ਅਸੀਂ ਗਵਰਨਮੈਂਟ ਇੱਥੇ ਐਸਟੈਬਲਿਸ਼ ਕਰ ਰਹੇ ਹਾਂ ਪਹਿਲੀ ਵਾਰੀ। ਮਤਲਬ ਬਹੁਤ ਹੀ ਕੰਪਲੈਕਸ ਜਾਂ ਮਤਲਬ ਕੰਸੈਪਟ ਹੈਗਾ,
ਵੀ ਆਪਾਂ ਜਿਵੇਂ ਆਪਣੀ ਗੌਰਮੈਂਟ ਬਾਹਰ ਕਿਵੇਂ ਖੜੀ ਕਰ ਸਕਦੇ ਹਾਂ, ਵੀ ਇੱਕ ਤਰ੍ਹਾਂ ਦਾ ਰੋਸ਼ ਪ੍ਰਗਟ ਕਰਨ ਵਾਸਤੇ ਵੀ ਹਾਂ ਅਸੀਂ ਬ੍ਰਿਟਿਸ਼ਰ ਤੋਂ ਅੱਡ ਹੋਣਾ ਚਾਹੁੰਦੇ ਹਾਂ। ਉਹਨਾਂ ਨੇ ਇੱਕ ਪਰਟੀਕੂਲਰ ਪ੍ਰੋਵਿੰਸੀ ਅੱਡ ਜਗ੍ਹਾ 'ਤੇ ਖੜੀ ਕਰ ਲਈ ਆਪਣੀ, ਠੀਕ ਹੈ ਜੀ। ਸੋ ਕਿੱਥੇ ਸਟਾਰਟ ਕੀਤੀ ਸੀਗੀ? ਅਫਗਾਨਿਸਤਾਨ ਦੇ ਵਿੱਚ, ਕਾਬੁਲ ਦੇ ਵਿੱਚ। ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਨਵੀਂ ਪ੍ਰੋਵਿੰਸੀ ਬਣਾਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਹਾਂ ਇਹ ਇੰਡੀਆ ਦੀ ਇੱਕ ਇੰਡੀਪੈਂਡੈਂਟ ਪ੍ਰੋਵਿੰਸੀ ਹੈਗੀ ਹੈ, ਬ੍ਰਿਟਿਸ਼ ਰੂਲ ਤੋਂ ਪਰਾਂ ਹੈਗੀ ਹੈ। ਸੋ ਇਹ ਜੀ ਕਿਹੜੇ ਪਰਸਨ ਸੀ ਜਿਨ੍ਹਾਂ ਨੇ ਬਣਾਈ ਸੀਗੀ? ਤਾਂ ਆਪਣਾ ਆਂਸਰ ਆ ਜਾਊਗਾ ਮਹਿੰਦਰ ਪ੍ਰਤਾਪ ਨੇ। The provincial government of India with the Raja Mahendra Pratap as its president was established during the World War I in Afghanistan। ਸੋ ਮੈਂ ਤੁਹਾਨੂੰ ਇਹ ਤਾਂ ਆਲਰੇਡੀ ਵੀ ਚੀਜ਼ ਸਮਝਾ ਚੁੱਕਿਆ ਵੀ ਜਿਹੜੀ ਪ੍ਰੋਵਿੰਸ਼ੀਅਲ ਜਿਹੜੀ ਗੌਰਮੈਂਟ ਦੀ ਬਣੀ ਸੀਗੀ ਉਹ ਕਿੱਥੇ ਬਣੀ ਸੀਗੀ? ਤਾਂ ਆਪਣਾ ਆਂਸਰ ਆ ਜਾਊਗਾ ਅਫਗਾਨਿਸਤਾਨ ਦੇ ਵਿੱਚ, ਠੀਕ ਹੈ ਜੀ। ਹੂ ਰਿਗਾਰਡਡ ਐਜ਼ ਦ ਮਦਰ ਆਫ ਇੰਡੀਅਨ ਰੈਵੋਲੂਸ਼ਨ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ। ਵਾਰ ਐਗਜ਼ਾਮ ਦੇ ਜਿੰਨੇ ਵੀ ਆਪਾਂ ਕੁਐਸਚਨ ਕਰ ਰਹੇ ਹਾਂ ਐਕਸਟ੍ਰੀਮਲੀ ਇੰਪੋਰਟੈਂਟ ਐਗਜ਼ਾਮ ਪੁਆਇੰਟ ਹੋਵੇ ਤੋਂ ਵਾਰ ਉਹੀ ਕੁਐਸਚਨ ਘੱਟੋ ਘੱਟ 8-10 ਵਾਰ ਰਿਪੀਟ ਹੋਏ ਕੁਐਸਚਨ ਹੈ ਜਿੰਨੇ ਵੀ ਆਪਾਂ ਹੁਣ ਕਰ ਰਹੇ ਹਾਂ। ਤੁਸੀਂ ਅਗਰ ਪ੍ਰੀਵੀਅਸ ਈਅਰ ਅੱਡ PCS ਦੇ ਵੇਖੋਗੇ ਜਾਂ ਅੱਡ ਸਟੇਟਾਂ ਦੇ ਐਗਜ਼ਾਮ ਦੇ ਕੁਐਸਚਨ ਵੇਖੋਗੇ ਤਾਂ ਤੁਹਾਨੂੰ ਹਿਸਟਰੀ ਦੇ ਸਿਮਿਲਰ ਕੁਐਸਚਨ ਮਿਲਣਗੇ। ਇਸ ਤੋਂ ਬਾਹਰ ਤੁਹਾਨੂੰ ਕੋਈ ਕੁਐਸਚਨ ਨਹੀਂ ਮਿਲਣ ਵਾਲਾ। ਅਗਰ ਤੁਸੀਂ ਕਿਤੇ ਕੋਚਿੰਗ ਵੀ ਲਈ ਹੈ ਤਾਂ ਵੀ ਇਹਨਾਂ ਚੀਜ਼ਾਂ 'ਤੇ ਜ਼ਿਆਦਾ ਐਮਫਸਿਸ ਕੀਤਾ ਜਾਂਦਾ। ਅਗਰ ਉਹ ਨਹੀਂ ਕਰ ਰਹੇ ਇਹਨਾਂ ਚੀਜ਼ਾਂ 'ਤੇ ਜ਼ਿਆਦਾ ਐਮਫਸਿਸ ਤਾਂ ਤੁਸੀਂ ਕਿਤੇ ਨਾ ਕਿਤੇ ਗਲਤ ਡਾਇਰੈਕਸ਼ਨ 'ਤੇ ਚੱਲ ਰਹੇ ਹੋ, ਠੀਕ ਹੈ ਜੀ। ਇਹ ਚੀਜ਼ਾਂ ਤਾਂ ਹੋਣੀਆਂ ਹੀ ਚਾਹੀਦੀਆਂ। ਕੁਝ ਐਕਸਟਰਾ ਦੱਸਦੇ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਹੈਗੀ ਆ। ਪਰ ਅਗਰ ਇਹਦੀਆਂ ਚੀਜ਼ਾਂ ਵੀ ਨਹੀਂ ਪਤਾ ਚੱਲ ਰਹੀਆਂ ਤੁਹਾਨੂੰ ਜਾਂ ਨਹੀਂ ਪਤਾ ਹੁਣ ਤੱਕ ਤਾਂ ਤੁਸੀਂ ਕਿਤੇ ਨਾ ਕਿਤੇ ਰੋਂਗ ਟਰੈਕ 'ਤੇ ਹੋ, ਜਾਂ ਤੁਹਾਡੀ ਮਤਲਬ ਕਹਿ ਸਕਦੇ ਹਾਂ ਕੋਚਿੰਗ ਦੇ ਵੀ ਦਿੱਕਤ ਹੈਗੀ ਹੈ, ਜਾਂ ਕਹਿ ਸਕਦੇ ਹਾਂ ਤੁਹਾਡੀ ਆਪਦੀ ਕੰਸੈਪਟ ਬਿਲਡਿੰਗ ਦੇ ਵੀ ਦਿੱਕਤ ਹੈਗੀ ਹੈ, ਠੀਕ ਹੈ ਜੀ। ਤਾਂ ਤੁਸੀਂ ਉਹਨੂੰ ਜ਼ਰੂਰ ਜਾ ਕੇ ਰੈਟੀਫਾਈ ਕਰੋ। ਮੈਂ ਆਪਣੇ ਐਕਸਪੀਰੀਅੰਸ ਦੇ ਬੇਸਿਸ 'ਤੇ ਨਹੀਂ ਦੱਸ ਰਿਹਾ, ਜੋ ਪ੍ਰੀਵੀਅਸ ਈਅਰ ਆਏ ਹੋਏ ਆ ਕੁਐਸਚਨ ਉਹਨਾਂ ਦੇ ਬੇਸਿਸ 'ਤੇ ਦੱਸ ਰਿਹਾ। ਸੋ ਆਪਾਂ ਉਮੀਦ ਵੀ ਕਰ ਸਕਦੇ ਹਾਂ ਇਹੋ ਜਿਹੇ ਹੀ ਕੁਐਸਚਨ ਆਉਣਗੇ ਆਪਾਂ ਨੂੰ, ਤਾਂ ਆਪਾਂ ਅੱਡ ਪੈਟਰਨ ਫੋਲੋ ਨਾ ਕਰਨ ਦੀ ਕੋਸ਼ਿਸ਼ ਕਰੀਏ, ਠੀਕ ਹੈ ਜੀ। ਤਾਂ ਆਪਾਂ ਜੀਕੇ ਦੇ ਕੁਐਸਚਨ ਤਾਂ ਹੀ ਗਲਤ ਕਰਦੇ ਹਾਂ ਕਿਉਂਕਿ ਆਪਾਂ ਡਿਫਰੈਂਟ ਜੇ ਕੁਐਸਚਨ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਹਾਂ ਇਹ ਵੀ ਆ ਸਕਦਾ। ਜੋ ਆਪਣੇ ਸਟੈਂਡਰਡ ਕੁਐਸਚਨ ਹੁੰਦੇ ਆ ਉਹ ਆਪਾਂ ਨੂੰ ਆਉਂਦੇ ਨਹੀਂ ਹੁੰਦੇ। ਸੋ ਆਪਣਾ ਪਹਿਲਾਂ ਮੇਨ ਏਮ ਆਹੀ ਹੈ ਵੀ ਆਪਾਂ ਸਟੈਂਡਰਡ ਕੁਐਸਚਨ ਨੂੰ ਕਰੀਏ, ਉਸ ਤੋਂ ਬਾਅਦ ਹੀ ਆਪਾਂ ਅੱਗੇ ਫਰਦਰ ਮੂਵ ਕਰੀਏ, ਠੀਕ ਹੈ ਜੀ। ਸੋ ਹੂ ਇਜ਼ ਦ ਰਿਗਾਰਡਡ ਐਜ਼ ਦ ਮਦਰ ਆਫ ਇੰਡੀਅਨ ਰੈਵੋਲੂਸ਼ਨ? ਸੋ ਕਿਹਨਾਂ ਨੂੰ ਰਿਗਾਰਡ ਕੀਤਾ ਜਾਂਦਾ ਐਜ਼ ਏ ਮਦਰ ਆਫ ਇੰਡੀਅਨ ਰੈਵੋਲੂਸ਼ਨ? ਤਾਂ ਆਪਣਾ ਆਨਸਰ ਆ ਜਾਊਗਾ ਮੈਡਮ ਭੀਖਾ ਜੀ ਰੁਸਤਮ ਕਾਮਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨਾਮ ਹੈਗਾ ਹਿਸਟਰੀ ਦੇ ਵਿੱਚ। ਇਹਨਾਂ ਨੇ ਪਹਿਲੀ ਵਾਰੀ ਜਿਹੜਾ ਆਪਣਾ ਟਰਾਈ ਕਲਰ ਫਲੈਗ ਹੈਗਾ ਉਹਨੂੰ ਜਰਮਨੀ ਦੇ ਵਿੱਚ ਉਹਨਾਂ ਨੇ ਕੀ ਕਹਿ ਸਕਦੇ ਹਾਂ ਫਲਾਇਆ ਸੀਗਾ, ਜਾਂ ਕਹਿ ਸਕਦੇ ਹਾਂ ਅਨਫਰਲ ਕੀਤਾ ਸੀਗਾ, ਠੀਕ ਹੈ ਜੀ। ਤਾਂ ਮੈਡਮ ਭੀਖਾ ਜੀ ਕਾਮਾ। ਸੋ ਨੈਕਸਟ ਕੁਐਸਚਨ ਆਪਣਾ ਇਹੀ ਹੈਗਾ, ਅਮੰਗ ਦਾ ਫੋਲੋਇੰਗ ਵੂਮਨ ਹੂ ਵਾਜ਼ ਦਾ ਫਸਟ ਟੂ ਅਨਫਰਲ ਦਾ ਇੰਡੀਅਨ ਟਰਾਈ ਕਲਰ? ਇੰਡੀਅਨ ਟਰਾਈ ਕਲਰ ਫਲੈਗ ਨੂੰ ਪਹਿਲੀ ਵਾਰੀ ਕਿਹਨੇ ਨੇ ਫਲਰ ਕੀਤਾ ਸੀ, ਅਨਫਲਰ ਕੀਤਾ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ ਮੈਡਮ ਭੀਖਾ ਜੀ ਕਾਮਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਇੱਕ ਇੰਟਰਨੈਸ਼ਨਲ ਸੋਸ਼ਲਿਸਟ ਕਾਨਫਰੰਸ ਹੋਈ ਸੀਗੀ, ਉਹਨਾਂ ਨੇ ਪਹਿਲੀ ਵਾਰੀ ਇੰਡੀਆ ਦਾ ਜਿਹੜਾ ਫਲੈਗ ਹੈਗਾ ਟਰਾਈ ਕਲਰ ਫਲੈਗ ਹੈਗਾ ਉੱਥੇ ਲਹਿਰਾਇਆ ਸੀਗਾ, ਠੀਕ ਹੈ ਜੀ। ਤਾਂ ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਕਿਉਂਕਿ ਵਾਰ ਇਹੀ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਹੈਗਾ। ਦ ਮਦਰ ਆਫ ਇੰਡੀਅਨ ਰੈਵੋਲੂਸ਼ਨ ਮੈਡਮ ਭੀਖਾ ਜੀ ਕਾਮਾ। ਪਹਿਲੀ ਵਾਰੀ ਇੰਡੀਆ ਦਾ ਜਿਹੜਾ ਫਲੈਗ ਹੈਗਾ ਲਹਿਰਾਇਆ ਕਿਹਨੇ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ ਮੈਡਮ ਭੀਖਾ ਜੀ ਕਾਮਾ। ਉਹ ਕਿੱਥੇ ਲਹਿਰਾਇਆ ਸੀਗਾ? ਜਰਮਨੀ ਦੇ ਵਿੱਚ, ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਹਾਂਜੀ, ਨੈਕਸਟ ਕੁਐਸਚਨ ਹੈਗਾ ਵਟ ਵਾਜ਼ ਦਾ ਕਾਮਾਗਾਟਾ ਮਾਰੂ? ਕਾਮਾਗਾਟਾ ਮਾਰੂ ਕੀ ਸੀਗਾ? ਸਾਰਿਆਂ ਨੂੰ ਪਤਾ ਹੋਊਗਾ ਕਾਮਾਗਾਟਾ ਮਾਰੂ ਇੱਕ ਸ਼ਿਪ ਦਾ ਨਾਮ ਸੀਗਾ ਜਿਹੜਾ ਮਤਲਬ ਲੈ ਕੇ ਗਏ ਸੀ ਜਾਪਾਨ ਤੋਂ ਕੈਨੇਡਾ ਗਿਆ ਸੀਗਾ, ਪਰ ਕੈਨੇਡਾ ਦੀ ਜਿਹੜੀ ਗੌਰਮੈਂਟ ਸੀ ਉਹਨਾਂ ਨੇ ਮਨਾ ਕਰਤਾ ਸੀ ਵੀ ਹਾਂ ਜਿਹੜਾ ਤੁਹਾਡਾ ਸ਼ਿਪ ਹੈਗਾ ਅੰਦਰ ਨਹੀਂ ਅਸੀਂ ਲਿਜਾਣ ਦੇ ਸਕਦੇ, ਕਿਉਂਕਿ ਉਹਨਾਂ ਦਾ ਕੋਈ ਲਾਅ ਸੀਗਾ ਪਾਸ ਕੀਤਾ ਹੋਇਆ ਸੀਗਾ, ਉਸ ਦੇ ਰਾਹੀਂ ਉਹਨਾਂ ਨੂੰ ਸ਼ਿਪ ਅੰਦਰ ਨਹੀਂ ਲਿਜਾਣ ਦਿੱਤਾ ਗਿਆ ਸੀਗਾ। ਤਾਂ ਜਿਹੜੇ ਸਾਰੇ ਦੇ ਸਾਰੇ ਜਿਹੜੇ ਯਾਤਰੀ ਹੈਗੇ ਵਾਪਿਸ ਮੁੜ ਕੇ ਆਏ ਸੀਗੇ। ਵਾਪਿਸ ਕਿਹੜੀ ਘਾਟ 'ਤੇ ਮੁੜ ਕੇ ਆਏ ਸੀ? ਬਜਬਜ ਘਾਟ, ਜਿਹੜੀ ਕਿ ਕੈਲਕਾਟਾ ਦੇ ਵਿੱਚ ਹੈਗੀ ਹੈ। ਤਾਂ ਬਹੁਤ ਹੀ ਬੁਰਾ ਹਾਲ ਕੀਤਾ ਸੀਗਾ ਬ੍ਰਿਟੇਨ ਗੌਰਮੈਂਟ ਨੇ, ਬਹੁਤ ਲੋਕਾਂ ਨੂੰ ਮਾਰਿਆ ਗਿਆ ਉੱਥੇ। ਲਗਭਗ ਬਹੁਤ ਸਾਰੇ ਲੋਕ ਆਪਣੇ ਜ਼ਖਮੀ ਹੋਏ ਸੀਗੇ, 70 ਤੋਂ 80 ਐਗਜ਼ੈਕਟ ਫਿਗਰਸ ਨਹੀਂ ਪਤਾ, 70 ਤੋਂ 80 ਲੋਕ ਆਪਣੇ ਘਾਇਲ ਹੋਏ ਸੀਗੇ। ਬਹੁਤ ਸਾਰੇ ਪ੍ਰਿਜ਼ਨਰਸ ਬਣਾ ਲਿਆ ਸੀਗਾ। ਸੋ ਬਹੁਤ ਹੀ ਬਰੂਟੈਲਿਟੀ ਵਰਤੀ ਗਈ ਸੀ ਜਿਹੜੇ ਉੱਥੋਂ ਵਾਪਿਸ ਆਏ ਸੀਗੇ। ਸੋ ਇੱਕ ਤਰ੍ਹਾਂ ਦਾ ਆਪਣਾ ਕੈਨੇਡਾ ਗੌਰਮੈਂਟ ਨਾਲ ਇੱਕ ਤਰ੍ਹਾਂ ਦਾ ਰੋਸ਼ ਵੀ ਰਹਿੰਦਾ ਹੈ, ਅਤੇ ਉਹਨਾਂ ਨੇ ਮਤਲਬ ਜਿੱਥੇ ਤੱਕ ਮੈਨੂੰ ਧਿਆਨ ਉਹਨਾਂ ਨੇ ਸੌਰੀ ਵੀ ਫੀਲ ਕੀਤੀ ਇਸ ਵਾਸਤੇ ਜਿਹੜਾ ਕਾਮਾਗਾਟਾ ਮਾਰੂ ਇੰਸੀਡੈਂਟ ਉਹਨਾਂ ਦੁਆਰਾ ਕੰਡਕਟ ਕੀਤਾ ਗਿਆ ਸੀਗਾ ਵੀ ਇੰਡੀਅਨ ਨੂੰ ਕੈਨੇਡੀਅਨ ਲੈਂਡ ਦੇ ਉੱਤੇ ਲੈਂਡ ਨਹੀਂ ਕਰਨ ਦਿੱਤਾ ਗਿਆ ਸੀਗਾ, ਠੀਕ ਹੈ ਜੀ। ਤਾਂ ਉਹ ਸਾਰਾ ਦਾ ਸਾਰਾ ਜਹਾਜ਼ ਜਿਹੜਾ ਹੈਗਾ ਵਾਪਿਸ ਆਇਆ ਸੀਗਾ, ਠੀਕ ਹੈ। ਹੂ ਹੈਡ ਐਸਟੈਬਲਿਸ਼ ਇੰਡੀਅਨ ਇੰਡੀਪੈਂਡੈਂਸ ਲੀਗ? ਤਾਂ ਇੰਡੀਅਨ ਇੰਡੀਪੈਂਡੈਂਸ ਲੀਗ ਕਿਹਨੇ ਐਸਟੈਬਲਿਸ਼ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ ਰਾਸ਼ ਬਿਹਾਰੀ ਬੋਸ ਨੇ ਇੰਡੀਅਨ ਇੰਡੀਪੈਂਡੈਂਸ ਲੀਗ ਨੂੰ ਐਸਟੈਬਲਿਸ਼ ਕੀਤਾ ਸੀਗਾ। ਤਾਂ ਕਾਮਾਗਾਟਾ ਮਾਰੂ ਇੰਸੀਡੈਂਟ ਹੈਗਾ ਇਹ ਵੀ 1913 ਦੇ ਅਰਾਊਂਡ ਹੀ ਹੋਇਆ ਸੀਗਾ। ਤਾਂ ਜਿਹੜਾ ਇਹ ਇੰਸੀਡੈਂਟ ਹੈਗਾ ਉਹਨੇ ਰਿਜ਼ਲਟ ਕੀਤਾ ਆਪਣੀ ਗਦਰਿਸਟ ਮੂਵਮੈਂਟ ਨੂੰ, ਠੀਕ ਹੈ ਜੀ। ਸੋ ਸਾਰੀਆਂ ਗੱਲਾਂ ਮਿਲ ਕੇ ਗਦਰਿਸਟ ਮੂਵਮੈਂਟ ਨੂੰ ਇੱਕ ਜਨਮ ਦਿੰਦੀਆਂ ਇੰਡੀਆ ਦੇ ਵਿੱਚ ਪਰਟੀਕੂਲਰਲੀ। ਸੋ ਨਾਵਲ ਸ਼ਿਪ ਹੈਗਾ ਜਿਹੜਾ ਕੈਨੇਡਾ ਨੂੰ ਵੱਲ ਚੱਲਿਆ ਸੀਗਾ। ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣਾ ਚਾਹੁੰਦਾ ਵੀ ਕਿਹੜਾ ਰੂਲ ਬਣਾਇਆ ਗਿਆ ਸੀਗਾ ਜਿਹਦੇ ਰਾਹੀਂ
ਜਿਹੜੇ ਕੈਨੇਡਾ ਦੀ ਗੌਰਮੈਂਟ ਆ ਉਹਨਾਂ ਨੇ ਆਪਣਾ ਜਿਹੜਾ ਜਹਾਜ਼ ਆ ਲੈਂਡ ਨਹੀਂ ਕਰਨ ਦਿੱਤਾ ਸੀਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹਨਾਂ ਨੇ ਇੱਕ ਰੂਲ ਬਣਾਇਆ ਸੀਗਾ ਜਿਹਦੇ ਰਾਹੀਂ ਵੀ ਜਿਹੜੇ ਸਿੱਧੇ ਇੰਡੀਆ ਤੋਂ ਯਾਤਰੀ ਆ ਰਹੇ ਆ ਉਹਨਾਂ ਨੂੰ ਤਾਂ ਅੰਦਰ ਦੇਣ ਜਾਣ ਦਿਆ ਜਾ ਰਿਹਾ ਸੀਗਾ ਕੈਨੇਡਾ ਦੇ ਵਿੱਚ, ਪਰ ਜਿਹੜੇ ਟੁੱਟਵੇਂ ਆ ਰਹੇ ਜਿਵੇਂ ਕਿ ਪਹਿਲਾਂ ਇੰਡੀਆ ਗਏ, ਫਿਰ ਜਾਪਾਨ ਗਏ, ਫਿਰ ਕੈਨੇਡਾ ਗਏ, ਫਿਰ ਸਿੰਗਾਪੁਰ ਗਏ, ਤਾਂ ਉਹਨਾਂ ਨੇ ਇਹ ਜਿਹੇ ਯਾਤਰੀਆਂ ਨੂੰ ਮਨਾਹੀ ਕੀਤੀ ਸੀਗੀ। ਪਰ ਜਿਹੜਾ ਇਹ ਵਾਲਾ ਜਹਾਜ਼ ਸੀਗਾ ਕਾਮਾਗਾਟਾ ਮਾਰੂ, ਇਹ ਸਿੰਗਾਪੁਰ ਤੋਂ ਚੱਲਿਆ ਸੀਗਾ, ਠੀਕ ਹੈ, ਜਾਪਾਨ ਦਾ ਜਹਾਜ਼ ਸੀਗਾ, ਸਿੰਗਾਪੁਰ ਤੋਂ ਚੱਲਿਆ ਸੀਗਾ, ਤਾਂ ਸਿੱਧਾ ਇੰਡੀਆ ਤੋਂ ਜਹਾਜ਼ ਨਹੀਂ ਗਿਆ ਸੀ, ਤਾਂ ਕਰਕੇ ਇਹਨਾਂ ਨੇ ਐਂਟਰੀ ਨਹੀਂ ਕੀਤੀ ਸੀਗੀ। ਸੋ ਇਹਨਾਂ ਨਾਲ ਬਹੁਤ ਹੀ ਬਦਸਲੂਕੀ ਨਾਲ ਪੇਸ਼ ਕੀਤਾ ਗਿਆ ਸੀਗਾ, ਬਹੁਤ ਸਾਰਾ ਇਹਨਾਂ ਦਾ ਰਸ਼ਦ ਖਤਮ ਹੋ ਗਿਆ ਸੀ, ਪਾਣੀ ਖਤਮ ਹੋ ਗਿਆ ਸੀ, ਇਹਨਾਂ ਕੋਲ ਬਹੁਤ ਹੀ ਮਤਲਬ ਬਰੂਟੈਲਿਟੀ ਵਰਤੀ ਗਈ ਸੀ ਕੈਨੇਡੀਅਨ ਗੌਰਮੈਂਟ ਐਜ਼ ਵੈਲ ਐਜ਼ ਬਾਈ ਦਾ ਬ੍ਰਿਟੇਨ ਗੌਰਮੈਂਟ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ, ਤੁਹਾਨੂੰ ਇੱਕ ਲਿਸਟ ਕਰਵਾ ਦਿੰਦਾ ਮੈਂ। ਸੋ ਬੰਗਾਲ ਵਾਜ਼ ਪਾਰਟੀਸ਼ਨਡ ਇਨ ਦਾ 1905 ਬਟ ਡਿਊ ਟੂ ਆਪੋਜੀਸ਼ਨ ਇਟ ਵਾਜ਼ ਅਗੇਨ ਡਿਵਾਈਡਡ ਇਨ। ਤੁਹਾਨੂੰ ਪਤਾ ਹੈ ਵੀ 1905 ਦੇ ਵਿੱਚ ਬੰਗਾਲ ਨੂੰ ਡਿਵਾਈਡ ਕਰ ਦਿੱਤਾ ਗਿਆ ਸੀਗਾ ਔਨ ਦੀ ਬੇਸਿਸ ਆਫ ਹਿੰਦੂਜ਼ਮ ਐਂਡ ਮੁਸਲਿਮ, ਠੀਕ ਸਾਰਿਆਂ ਨੂੰ ਪਤਾ। ਉਸੇ ਕਾਰਨ ਹੀ ਆਪਣੀ ਸਵਦੇਸ਼ੀ ਮੂਵਮੈਂਟ ਹੋਈ ਸੀਗੀ। ਬੰਗਾਲ ਦਾ ਪਾਰਟੀਸ਼ਨ ਕਿਸ ਬੇਸਿਸ 'ਤੇ ਹੋ ਰਿਹਾ ਸੀਗਾ? ਹਿੰਦੂ ਮੁਸਲਿਮ ਦੀ ਡਿਵੀਜ਼ਨ ਕਰਨ ਵਾਸਤੇ, ਠੀਕ ਹੈ ਜੀ। ਤਾਂ ਉਸੇ ਡਿਵੀਜ਼ਨ ਨੂੰ ਰੋਕਣ ਵਾਸਤੇ ਆਪਣੀ ਹੋਈ ਸਵਦੇਸ਼ੀ ਮੂਵਮੈਂਟ, ਠੀਕ ਹੈ ਜੀ। ਤਾਂ ਪਰ ਬਾਅਦ ਦੇ ਵਿੱਚ ਜਿਹੜਾ ਇਹ ਡਿਵੀਜ਼ਨ ਹੈਗਾ ਇਹ ਖਤਮ ਕਰ ਦਿੱਤਾ ਗਿਆ। ਫਿਰ ਜਿਹੜਾ ਬੰਗਾਲ ਸੀਗਾ ਉਹਨੂੰ ਲਿੰਗੁਇਸਟਿਕ ਬੇਸਿਸ 'ਤੇ ਅੱਡ ਕੀਤਾ ਗਿਆ, ਨਾ ਕਿ ਰਿਲੀਜਨ ਬੇਸਿਸ 'ਤੇ ਅੱਡ ਕੀਤਾ ਗਿਆ। ਮਤਲਬ ਲੈਂਗੁਏਜ ਦੇ ਬੇਸਿਸ 'ਤੇ ਬੰਗਾਲ ਨੂੰ ਅੱਡ ਕੀਤਾ ਗਿਆ, ਨਾ ਕਿ ਰਿਲੀਜਨ ਬੇਸਿਸ 'ਤੇ ਅੱਡ ਕੀਤਾ ਗਿਆ। ਜਿਹੜੀ ਬਾਅਦ ਦੇ ਵਿੱਚ ਬਾਈਫਰਕੇਸ਼ਨ ਹੋਈ ਸੀਗੀ ਬੰਗਾਲ ਦੀ, ਉਹ 1911 ਦੇ ਵਿੱਚ ਪਰਟੀਕੂਲਰਲੀ ਹੋਈ ਸੀਗੀ, ਜਦੋਂ ਬੰਗਾਲ, ਬਿਹਾਰ ਅਤੇ ਉੜੀਸਾ ਉੱਭਰ ਕੇ ਸਾਹਮਣੇ ਆਇਆ ਸੀਗਾ। ਪਹਿਲਾਂ ਇੱਕ ਹੀ ਪ੍ਰੋਵਿੰਸ ਹੁੰਦਾ ਸੀਗਾ ਸਾਰੇ ਦਾ ਸਾਰਾ ਬੰਗਾਲ। 1905 ਦੇ ਵਿੱਚ ਅੰਗਰੇਜ਼ਾਂ ਨੇ ਅੱਡ ਕੀਤਾ ਇਹਨੂੰ, ਫਿਰ ਇਹਨੂੰ ਯੂਨੀਫਾਈ ਕਰ ਦਿੱਤਾ ਗਿਆ, ਫਿਰ ਅੱਡ ਕਰ ਦਿੱਤਾ ਗਿਆ, ਠੀਕ ਹੈ। 1911 ਦੇ ਵਿੱਚ ਇਹਨੂੰ ਲਿੰਗੁਇਸਟਿਕ ਬੇਸਿਸ 'ਤੇ ਅੱਡ ਕੀਤਾ ਗਿਆ, ਪਰ ਜਿਹੜਾ 1905 ਦੇ ਵਿੱਚ ਸੀਗਾ ਤਾਂ ਉਹ ਹੋਇਆ ਸੀਗਾ ਰਿਲੀਜੀਅਸ ਬੇਸਿਸ 'ਤੇ। ਉਹਦੇ ਕਾਰਨ ਹੀ ਆਪਣੀ ਸਵਦੇਸ਼ੀ ਮੂਵਮੈਂਟ ਹੋਈ ਸੀਗੀ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਇਹ ਸਵਦੇਸ਼ੀ ਮੂਵਮੈਂਟ ਕਿਉਂ ਹੋਈ ਸੀਗੀ? ਬੰਗਾਲ ਦੀ ਪਾਰਟੀਸ਼ਨ ਨੂੰ ਲੈ ਕੇ ਹੋਈ ਸੀਗੀ ਸਵਦੇਸ਼ੀ ਮੂਵਮੈਂਟ, ਠੀਕ ਹੈ। ਹੁਣ ਕਦੋਂ ਹੋਈ ਸੀਗੀ ਸਵਦੇਸ਼ੀ ਮੂਵਮੈਂਟ? 1905 ਦੇ ਵਿੱਚ। ਪਰਟੀਕੂਲਰ ਆਪਾਂ ਡੇਟ ਵੀ ਕਰਾਂਗੇ ਆਪਾਂ ਅੱਗੇ ਜਾ ਕੇ। ਹੂ ਵਾਜ਼ ਦਾ ਲੀਡਰ ਆਫ ਸਵਦੇਸ਼ੀ ਮੂਵਮੈਂਟ ਇਨ ਦਾ ਮਦਰਾਸ? ਤੁਹਾਨੂੰ ਪਤਾ ਸਵਦੇਸ਼ੀ ਮੂਵਮੈਂਟ ਅੱਡ-ਅੱਡ ਜਗ੍ਹਾ 'ਤੇ ਚੱਲ ਰਹੀ ਸੀਗੀ। ਕੋਈ ਦਿੱਲੀ ਦੇ ਵਿੱਚ ਲੀਡ ਕਰ ਰਿਹਾ ਸੀ, ਕੋਈ ਮਦਰਾਸ ਦੇ ਵਿੱਚ ਲੀਡ ਕਰ ਰਿਹਾ ਸੀਗਾ, ਕੋਈ ਕਿਸੇ ਥਾਂ ਕਰ ਰਿਹਾ ਸੀਗਾ। ਸੋ ਚਿਦੰਬਰਮ ਪਿਲਾਈ ਜਿਹੜੇ ਹੈਗੇ ਆ, ਚਿਦੰਬਰਮ ਪਿਲਾਈ ਹੈਗੇ ਆ, ਉਹ ਲੀਡ ਕਰ ਰਹੇ ਸੀ ਮਦਰਾਸ ਦੇ ਵਿੱਚ। ਸੋ ਬਹੁਤ ਹੀ ਇੰਪੋਰਟੈਂਟ ਹੈ। ਇਸੇ ਤਰ੍ਹਾਂ ਦਾ ਸਿਮਿਲਰ ਜਿਹਾ ਕੁਐਸਚਨ UPSC ਨੇ ਪੁੱਛਿਆ ਹੋਇਆ ਸੀਗਾ, ਤਾਂ ਤੁਹਾਨੂੰ ਮੈਂ ਉਸ ਢੰਗ ਦੇ ਨਾਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ, ਠੀਕ ਹੈ। ਸੋ ਚਿਦੰਬਰਮ ਪਿਲਾਈ ਮਦਰਾਸ ਦੇ ਵਿੱਚ ਸਵਦੇਸ਼ੀ ਮੂਵਮੈਂਟ ਨੂੰ ਲੀਡ ਕਰ ਰਹੇ ਸੀਗੇ, ਠੀਕ ਹੈ। ਸੋ ਆਪਾਂ ਹੁਣ ਲਿਸਟ ਕਰ ਲੈਂਦੇ ਹਾਂ। ਹੁਣ ਹੈਗੀਆਂ ਪੋਲੀਟੀਕਲ ਐਂਡ ਦਾ ਨੈਸ਼ਨਲਿਸਟ ਆਰਗੇਨਾਈਜੇਸ਼ਨ। ਸੋ ਇਹਨਾਂ ਦੀ ਲਿਸਟ ਹੈਗੀ ਹੈ, ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ। ਜੋ ਇੰਪੋਰਟੈਂਟ ਲਿਸਟਾਂ ਹੈਗੀਆਂ ਆਪਾਂ ਡੇਲੀ ਵਾਈਜ਼ ਰਿਵੀਜ਼ਨ ਕਰਦੇ ਜਾਵਾਂਗੇ। ਜਿਵੇਂ ਅੱਜ ਪੋਲੀਟੀਕਲ ਆਰਗੇਨਾਈਜੇਸ਼ਨ ਦੀ ਕੀਤੀ ਹੈ, ਕੱਲ੍ਹ ਆਪਾਂ ਸੋਸ਼ਲ ਦੀ ਕਰਾਂਗੇ, ਫਿਰ ਉਸ ਤੋਂ ਬਾਅਦ ਪੀਜ਼ੈਂਟਸ ਦੀ ਕਰਾਂਗੇ। ਸੋ ਇੱਕ ਵਾਰੀ ਤਾਂ ਮੈਂ ਤੁਹਾਨੂੰ ਪੂਰਾ ਡਿਟੇਲ ਲੈਕਚਰ ਦੇ ਵਿੱਚ ਵੀ ਕਰਵਾਤੀਆਂ, ਬਾਕੀ ਆਪਾਂ ਵਾਰ-ਵਾਰ ਰਿਵਾਈਜ਼ ਕਰਾਂਗੇ, ਤੁਹਾਨੂੰ ਜਲਦੀ ਯਾਦ ਹੋ ਜਾਣਗੀਆਂ। ਜਿਵੇਂ ਤੁਸੀਂ ਵੇਖ ਸਕਦੇ ਹੋ, ਬ੍ਰਿਟਿਸ਼ ਇੰਡੀਆ ਸੁਸਾਇਟੀ ਕਿਹਨੇ ਫਾਰਮ ਕੀਤੀ ਸੀ? ਵਿਲੀਅਮ ਐਡਮਜ਼ ਲੰਡਨ ਦੇ ਵਿੱਚ। ਫਿਰ ਨੈਕਸਟ ਇੰਪੋਰਟੈਂਟ ਹੈਗਾ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ ਕਿਹਨੇ ਫਾਊਂਡ ਕੀਤੀ ਸੀ? ਦੇਵਰੰਦਨ ਨਾਥ ਟੈਗੋਰ ਕੈਲਕਟਾ ਦੇ ਵਿੱਚ, ਠੀਕ ਹੈ। ਫਿਰ ਆ ਜਾਂਦਾ ਬੰਬੇ ਐਸੋਸੀਏਸ਼ਨ ਕਿਹਨੇ ਫਾਊਂਡ ਕੀਤੀ ਸੀ? ਜਗਨਨਾਥ ਸ਼ੰਕਰ ਨੇ। ਲੰਡਨ ਇੰਡੀਅਨ ਕਮੇਟੀ ਕਿਹਨੇ ਫਾਊਂਡ ਕੀਤੀ ਸੀ? CP ਮੁਦਿਲਰ ਨੇ। ਈਸਟ ਇੰਡੀਆ ਐਸੋਸੀਏਸ਼ਨ ਦਾਦਾ ਭੀ ਨਰੋਜੀ। ਵਾਰ-ਵਾਰ ਆਪਾਂ ਇਹਨਾਂ ਚੀਜ਼ਾਂ ਨੂੰ ਰਿਪੀਟ ਕਰ ਰਹੇ ਹਾਂ। ਸੋ ਨੈਕਸਟ ਹੈਗਾ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਕਿਹਨੇ ਫਾਊਂਡ ਕੀਤੀ ਸੀਗੀ? ਮੈਰੀ ਕਾਰਪੈਂਟਰ ਨੇ। ਇੰਡੀਅਨ ਸੋਸਾਇਟੀ ਕਿਹਨੇ ਫਾਊਂਡ ਕੀਤੀ? ਆਨੰਦ ਮੋਹਨ ਬੋਸ ਨੇ। ਨੈਕਸਟ ਹੈਗਾ ਇੰਡੀਅਨ ਐਸੋਸੀਏਸ਼ਨ ਕਿਹਨੇ ਫਾਊਂਡ ਕੀਤੀ? ਆਨੰਦ ਮੋਹਨ ਬੋਸ ਐਂਡ ਦਾ SN ਬੈਨਰਜੀ। ਨੈਕਸਟ ਹੈਗਾ ਇੰਡੀਅਨ ਨੈਸ਼ਨਲ ਸੁਸਾਇਟੀ ਕਿਹਨੇ ਫਾਰਮ ਕੀਤੀ? ਤਾਂ ਆਪਣਾ ਆਨਸਰ ਆ ਜਾਊਗਾ ਸ਼ਿਸ਼ਿਰ ਚੰਦਰ ਬੋਸ। ਇੰਡੀਅਨ ਨੈਸ਼ਨਲ ਕਾਨਫਰੰਸ ਕਿਹਨੇ ਫਾਰਮ ਕੀਤੀ? SN ਬੈਨਰਜੀ। ਬੰਬੇ ਪ੍ਰੈਜ਼ੀਡੈਂਸੀ ਐਸੋਸੀਏਸ਼ਨ ਕਿਹਨੇ ਫਾਰਮ ਕੀਤੀ? ਤਾਂ ਆਪਣਾ ਆਨਸਰ ਆ ਜਾਊਗਾ ਫਿਰੋਜ਼ ਸ਼ਾਹ ਮਹਿਤਾ ਐਂਡ KT ਤੇਲਾਂਗ। ਇੰਡੀਅਨ ਨੈਸ਼ਨਲ ਕਾਂਗਰਸ AO ਹਿਊਮ। ਯੂਨਾਈਟਿਡ ਇੰਡੀਅਨ ਪੈਟਰੋਟਿਕ ਐਸੋਸੀਏਸ਼ਨ ਸਰ ਸੈयद ਅਹਿਮਦ ਖਾਨ। ਸਰਵੇਂਟ ਆਫ ਇੰਡੀਆ ਸੋਸਾਇਟੀ GK ਗੋਖਲੇ। ਹੋਮ ਰੂਲ ਲੀਗ ਐਨੀ ਬੈਸੈਂਟ ਐਂਡ ਦਾ ਤਿਲਕ। UP ਕਿਸਾਨ ਸਭਾ ਮਾਲਵੀਆ ਗੌਰੀ ਸ਼ੰਕਰ ਐਂਡ ਦਾ ਇੰਦਰਾ ਨਾਰਾਇਣ। ਸੋ ਸਾਰਾ ਕੁਝ ਪਤਾ ਹੋਣਾ ਚਾਹੀਦਾ ਤੁਹਾਨੂੰ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਥੈਂਕ ਯੂ ਸੋ ਮਚ। ਅਤੇ CBC ਐਗਜ਼ਾਮ ਗੁਰੂ ਐਪ ਨੂੰ ਡਾਊਨਲੋਡ ਕਰ ਲੈਣਾ। ਬਾਕੀ ਜੋ ਵੀ ਕਿਊਰੀਜ਼ ਇੰਸਟਾਗ੍ਰਾਮ 'ਤੇ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ।